हाँ जी बच्चे, मीनिंगफुल एंड मीनिंगलैस अरेंजमेंट्स। अगर अपने कोल n ऑब्जैक्ट है, सपोज n ऑब्जੈਕਟ ਹੈਗੇ, ਆਪਾਂ ਉਹਨਾਂ ਦੇ ਵਿੱਚੋਂ ਇੱਕ ਐਟ ਏ ਟਾਈਮ ਇੱਕੋ ਟਾਈਮ ਦੇ ਉੱਪਰ r ऑब्जੈਕਟ ਨੂੰ ਟੇਕ ਕਰਨਾ ਹੈ। n ਦੇ ਵਿੱਚੋਂ r ऑब्जੈਕਟ ਆਪਾਂ ਲੈਣੇ ਆ ਇੱਕੋ ਟਾਈਮ ਦੇ ਉੱਪਰ। ਸਪੋਜ਼ ਟੋਟਲ ਨੰਬਰ ਆਫ ਵੇਜ਼ ਕਿੰਨੇ ਆਪਣੇ ਕੋਲੇ ਇਹਨਾਂ ਨੂੰ ਕਰਨ ਦੇ ਲਈ n p r ਹੈ। ਨਾਓ ਦਾ ਅਰੇਂਜਮੈਂਟ ਆਫ r ऑब्जैक्ट ਅਮੰਗ themselves ਕੈਨ ਬੀ ਡਨ ਇਨ r p r ਵੇਜ਼। ਜਿਹੜੇ r ऑब्जैक्ट ਆਪਾਂ ਇੱਕ ਟਾਈਮ ਦੇ ਉੱਪਰ ਲਏ ਆ, ਸਪੋਜ਼ ਉਹਨਾਂ ਦੇ ਜਿਹੜੇ ਵੇਜ਼ ਆ ਉਹ ਕਿੰਨੇ ਹੋ ਸਕਦੇ ਆ, ਆਰ ਪੀ ਆਰ ਵੇਜ਼। ਇਫ ਦ ਆਰਡਰ ਆਫ ਪਲੇਸਿੰਗ ਦ ऑब्जेक्ट इज नॉट इंपॉर्टेंट दैन आर पी आर अरेंजमेंट इन ईच ਕੰਬੀਨੇਸ਼ਨ ਆਰ ਮੀਨਿੰਗਲੈਸ। n ऑब्जेक्ट ਦੇ ਵਿੱਚੋਂ r ऑब्जेक्ट ਨੂੰ ਇੰਨੇ ਵੇਜ਼ ਆਪਣੇ ਕੋਲੇ ਪਲੇਸ ਕਰਨ ਦੇ ਲਈ, ਅਰੇਂਜਮੈਂਟ ਕਰਨ ਦੇ ਲਈ। ਆਹ ਵਾਲੇ ਜਿਹੜੇ ਅਰੇਂਜਮੈਂਟ ਹੈਗੇ ਆ ਆਰ ਪੀ ਆਰ, ਇਹ ਆਪਣੇ ਕੋਲ ਹੈਗੇ ਆ ਮੀਨਿੰਗਲੈਸ ਬਿਕੋਜ਼ ਦੇ ਆਰ ਆਲ ਅਲਾਈਕ। ਸੋ ਦਾ ਮੀਨਿੰਗਫੁਲ ਅਰੇਂਜਮੈਂਟ ਵਿਲ ਬੀ ਦ ਕੰਬੀਨੇਸ਼ਨ ਆਫ n ऑब्जेक्ट। ਮੀਨਿੰਗਫੁਲ ਕਿਹੜੇ ਆ, n ऑब्जेक्ट्स ਦਾ ਕੰਬੀਨੇਸ਼ਨ ਹੈ, ਉਹਨਾਂ ਦੀ ਅਰੇਂਜਮੈਂਟ ਹੈ। ਜਿਹੜੇ ਆਪਾਂ ਆਰ ਲਏ ਆ ਇੱਕੋ ਟਾਈਮ ਦੇ ਉੱਪਰ, ਤਾਂ ਉੱਥੇ ਆਪਣੇ ਕੋਲੇ ਕਿੰਨੀ ਅਰੇਂਜਮੈਂਟ ਹੈ, n ਸੀ ਆਰ। ਤਾਂ n ਪੀ ਆਰ ਨੂੰ ਕੀ ਲਿਖਾਂਗੇ ਆਪਾਂ, n ਪੀ ਆਰ। ਟੋਟਲ ਨੰਬਰ ਆਫ ਅਰੇਂਜਮੈਂਟਸ ਨੂੰ ਆਪਾਂ ਕਿਵੇਂ ਡਿਫਾਈਨ ਕਰਾਂਗੇ, ਨੰਬਰ ਆਫ ਮੀਨਿੰਗਫੁਲ ਇੰਟੂ ਨੰਬਰ ਆਫ ਮੀਨਿੰਗਲੈਸ ਅਰੇਂਜਮੈਂਟ। ਮੀਨਿੰਗਫੁਲ ਕਿੰਨੇ ਹੈਗੇ ਆਪਣੇ ਕੋਲ, n ਸੀ ਆਰ। ਮੀਨਿੰਗਲੈਸ ਅਰੇਂਜਮੈਂਟ ਹੈ ਆਰ ਪੀ ਆਰ। ਨੈਕਸਟ ਹੈ ਇਫੈਕਟਸ ਆਫ ਕੌਂਸਟੈਂਟਸ ਔਨ ਦ ਸਿਸਟਮ। ਕੌਂਸਟੈਂਟਸ ਦਾ ਮੀਨਿੰਗ ਹੈ ਸੈਟ ਆਫ ਕੰਡੀਸ਼ਨ। ਸੈਟ ਆਫ ਕੰਡੀਸ਼ਨ ਜਿਹੜੀਆਂ ਕੀ ਹੈ ਓਬੇ ਕਰਨਾ ਚਾਹੀਦਾ ਸਿਸਟਮ। ਸਪੋਜ਼ n ਪਾਰਟੀਕਲਸ ਨੂੰ ਦੋ ਕੰਪਾਰਟਮੈਂਟ ਦੇ ਵਿੱਚ ਆਪਾਂ ਡਿਸਟਰੀਬਿਊਟ ਕਰਾਂਗੇ। ਡਿਸਟਰੀਬਿਊਟ ਐਵੇਂ ਕਰਨੇ ਵੀ ਕੋਈ ਵੀ ਆਪਣੇ ਕੋਲ ਇੱਕ ਕੰਪਾਰਟਮੈਂਟ, ਦੋਨੇ ਕੰਪਾਰਟਮੈਂਟ ਫੁੱਲ ਹੋਣੀਆਂ ਚਾਹੀਦੀਆਂ, ਐਮਪਟੀ ਨਹੀਂ ਹੋਣੀ ਚਾਹੀਦੀ। ਅਗਰ ਉਹ ਐਮਪਟੀ ਹੈ ਦੈਟ ਮੀਨਸ ਉਸ ਦੇ ਉੱਪਰ ਕੋਈ ਵੀ ਕੌਂਸਟੈਂਟ ਹੈ ਜਿਹੜਾ ਵਰਕ ਨਹੀਂ ਕਰ ਰਿਹਾ, ਕੋਈ ਵੀ ਕੌਂਸਟੈਂਟ ਨਹੀਂ ਇਫੈਕਟ ਸ਼ੋ ਕਰ ਰਿਹਾ। ਅਗਰ ਆਪਣੇ ਕੋਲ ਮੈਕਰੋਸਟੇਟ ਨੂੰ ਆਪਾਂ ਡਿਫਾਈਨ ਕਰਾਂਗੇ, ਜੀ ਪਾਰਟੀਕਲ ਨੂੰ ਟੂ ਕੰਪਾਰਟਮੈਂਟ ਦੇ ਵਿੱਚ ਕਰਨਾ ਹੈ, ਤਾਂ ਪੋਸੀਬਿਲਿਟੀਜ਼ ਮੈਕਰੋਸਟੇਟ ਕੀ ਬਣ ਸਕਦੀ ਹੈ, 3 0 2 1 1 2 0 3। 3 0 ਵਾਲੀ ਕਿਹੜੀ ਬਣ ਸਕਦੀ ਹੈ, ਏ ਬੀ ਸੀ 0 ਮੈਕਰੋਸਟੇਟ ਦੇ ਵਿੱਚ ਆ ਮਾਈਕਰੋਸਟੇਟ ਹੈ। 2 1 ਮੈਕਰੋਸਟੇਟ ਦੇ ਵਿੱਚ 3 ਮਾਈਕਰੋਸਟੇਟਸ ਹੈ, ਏ ਬੀ ਸੀ बी सी ए बी। 1 2 ਦੇ ਵਿੱਚ ਵੀ ਆਪਣੇ ਕੋਲ 3 ਅਰੇਂਜਮੈਂਟ ਆ ਜਾਣਗੀਆਂ, ਅਤੇ 0 3 ਦੇ ਵਿੱਚ 0 ਏ ਬੀ ਸੀ। ਦੈਟ ਮੀਨਸ ਕੀ ਹੈ, ਇਹ ਵਾਲੀ ਮੈਕਰੋਸਟੇਟ ਦੇ ਵਿੱਚ ਇੱਕ ਮਾਈਕਰੋਸਟੇਟ ਹੈ, ਇਹ ਵਾਲੀ ਮੈਕਰੋਸਟੇਟ ਦੇ ਵਿੱਚ 3 ਮਾਈਕਰੋਸਟੇਟਸ ਹੈ, 1 2 ਦੇ ਵਿੱਚ ਵੀ 3 ਮਾਈਕਰੋਸਟੇਟਸ ਹੈ, ਐਂਡ 0 3 ਦੇ ਵਿੱਚ ਵੀ 1 ਮਾਈਕਰੋਸਟੇਟ ਪ੍ਰੈਜੈਂਟ ਹੈ। ਅਸੈਸੀਬਲ ਸਟੇਟ ਆ ਸਟੇਟ ਦੈਟ ਕੈਨ ਐਗਜ਼ਿਸਟ ਇਨ ਦ ਲਾਈਟ ਆਫ ਅ ਗਿਵਨ ਕੌਂਸਟੈਂਟ ਇਜ਼ ਕਾਲਡ ਅਸੈਸੀਬਲ। ਜਿਹੜਾ ਕੀ ਹੈ ਆਪਣੇ ਕੋਲ ਕੋਈ ਵੀ ਸਟੇਟ ਜਿਹੜੀ ਐਗਜ਼ਿਸਟ ਕਰੂਗੀ, ਮਤਲਬ ਕੌਂਸਟੈਂਟ ਦੇ ਨਾਲ ਐਗਜ਼ਿਸਟ ਕਰ ਸਕਦੀ ਹੈ। 3 ਪਾਰਟੀਕਲ ਨੂੰ 2 ਕੰਪਾਰਟਮੈਂਟ ਦੇ ਅੰਡਰ ਆਪਾਂ ਕੀ ਕਰਾਉਣਾ, ਡਿਸਟਰੀਬਿਊਟ ਕਰਾਂਗੇ, ਤਾਂ ਉਹਨਾਂ ਦੇ ਉੱਪਰ ਕੀ ਹੈ ਕੌਂਸਟੈਂਟ ਵੀ ਲੱਗ ਰਿਹਾ। ਕੌਂਸਟੈਂਟ ਦੇ ਵਿੱਚ ਕੀ ਹੈ, ਜਦੋਂ ਕੌਂਸਟੈਂਟ ਇਫੈਕਟ ਸ਼ੋ ਕਰੂਗਾ, ਉਹ ਕੰਪਾਰਟਮੈਂਟ ਆਪਣੇ ਕੋਲ ਐਮਪਟੀ ਨਹੀਂ ਹੋਣੀ ਚਾਹੀਦੀ। ਹੁਣ ਐਮਪਟੀ 3 0 ਅਤੇ 0 3 ਦੇ ਵਾਲੇ ਵਿੱਚ ਹੈਗੀ ਹੈ, 2 1 ਐਂਡ 1 2। ਇਹ ਵਾਲੀਆਂ ਜਿਹੜੀਆਂ ਸਟੇਟਸ ਹੈ ਆਪਣੇ ਕੋਲ ਕਿਹੜੀਆਂ ਨੇ, ਅਸੈਸੀਬਲ ਸਟੇਟ। ਦੈਟ ਮੀਨਸ ਇਹਨਾਂ ਦੇ ਵਿੱਚੋਂ ਕੋਈ ਵੀ ਜਿਹੜੀ ਕੰਪਾਰਟਮੈਂਟ ਹੈ ਉਹ ਐਮਪਟੀ ਨਹੀਂ ਹੈ। ਤਾਂ ਇਹ ਅਸੈਸੀਬਲ ਇਨਅਸੈਸੀਬਲ ਸਟੇਟ ਕਿਹੜੀਆਂ ਹੋ ਗਈਆਂ, ਜਿੱਥੇ ਆਪਣੇ ਕੋਲ ਕੋਈ ਵੀ ਕੌਂਸਟੈਂਟ ਨਹੀਂ ਲੱਗ ਰਿਹਾ, ਦੈਟ ਮੀਨਸ 0 3 ਐਂਡ 3 0। ਇਹ ਵਾਲੀਆਂ ਕੰਪਾਰਟਮੈਂਟਸ ਦੇ ਵਿੱਚ ਇੱਕ ਕੰਪਾਰਟਮੈਂਟ ਐਮਪਟੀ ਹੈ, ਦੈਟ ਮੀਨਸ ਇਹ ਇਨਅਸੈਸੀਬਲ ਸਟੇਟਸ ਹੈ। ਨੈਕਸਟ ਹੈਗਾ ਡਿਸਟਰੀਬਿਊਸ਼ਨ ਆਫ n ਪਾਰਟੀਕਲਸ ਇਨ 2 ਕੰਪਾਰਟਮੈਂਟਸ। ਸਪੋਜ਼ n ਪਾਰਟੀਕਲ ਨੂੰ ਆਪਾਂ ਡਿਸਟਰੀਬਿਊਟ ਕਰਨਾ ਹੈਗਾ 2 ਕੰਪਾਰਟਮੈਂਟ ਦੇ ਵਿੱਚ। ਉਸ ਦੇ ਵਿੱਚ ਆਪਾਂ ਦੱਸਣਾ ਟੋਟਲ ਨੰਬਰ ਆਫ ਮਾਈਕਰੋਸਟੇਟਸ ਕਿੰਨੀ ਹੈ ਅਤੇ ਮੈਕਰੋਸਟੇਟ ਕਿੰਨੀ। ਵੀ ਨੋ ਦੈਟ n ਪਾਰਟੀਕਲਸ ਕੈਨ ਬੀ ਡਿਸਟਰੀਬਿਊਟਡ ਇਨ k ਕੰਪਾਰਟਮੈਂਟ। n ਪਾਰਟੀਕਲ ਨੂੰ ਆਪਾਂ ਡਿਸਟਰੀਬਿਊਟ ਕਰਾਉਣਾ k ਕੰਪਾਰਟਮੈਂਟਸ ਦੇ ਵਿੱਚ, ਤਾਂ ਕਿੰਨੇ ਵੇਜ਼ ਹੋ ਸਕਦੇ ਆ, k ਦੀ ਪਾਵਰ n ਵੇਜ਼। n ਪਾਰਟੀਕਲ ਕੈਨ ਵੀ ਡਿਸਟਰੀਬਿਊਟ ਇਨ 2 ਕੰਪਾਰਟਮੈਂਟ। ਪਹਿਲਾਂ ਆਪਾਂ k ਕੰਪਾਰਟਮੈਂਟ ਦੇ ਵਿੱਚ ਕਰਵਾਇਆ, ਉਸ ਦੇ ਵੇਜ਼ ਕਿੰਨੇ ਹੈ, k ਦੀ ਪਾਵਰ n। ਅਗਰ ਆਪਾਂ n ਪਾਰਟੀਕਲ ਨੂੰ 2 ਕੰਪਾਰਟਮੈਂਟ ਦੇ ਵਿੱਚ ਡਿਸਟਰੀਬਿਊਟ ਕਰਾਂਗੇ ਤਾਂ ਉਸ ਦੇ ਵੇਜ਼ ਕਿੰਨੇ ਹੋ ਸਕਦੇ, 2 ਦੀ ਪਾਵਰ n। ਤਾਂ ਟੋਟਲ ਨੰਬਰ ਆਫ ਮਾਈਕਰੋਸਟੇਟਸ ਕਿੰਨੀਆਂ ਆ ਗਈਆਂ, 2 ਦੀ ਪਾਵਰ n। ਜਿੰਨੀਆਂ ਆਪਣੇ ਕੋਲ ਅਰੇਂਜਮੈਂਟ ਆਪਾਂ ਕਰ ਸਕਦੇ ਹਾਂ, ਜਿੰਨੇ ਵੇਜ਼ ਨਾਲ ਉਸ ਨੂੰ ਡਿਸਟਰੀਬਿਊਟ ਕਰਾਂਗੇ ਉਹ ਹੈਗੀਆਂ ਮਾਈਕਰੋਸਟੇਟ, ਦੈਟ ਮੀਨਸ 2 ਦੀ ਪਾਵਰ n। ਪੋਸੀਬਲ ਮੈਕਰੋਸਟੇਟ ਕਿੰਨੀਆਂ ਹੋਣਗੀਆਂ, n + 1। n + 1। ਟੋਟਲ ਨੰਬਰ ਆਫ ਅਰੇਂਜਮੈਂਟਸ
ਸਪੋਜ਼ n ਪਾਰਟੀਕਲ ਨੂੰ ਡਿਸਟਰੀਬਿਊਟ ਕਰਾਉਣਾ, ਠੀਕ ਹੈ, ਉਸ ਨੂੰ ਆਪਾਂ ਅਰੇਂਜ ਕਰਨਾ। ਇਸ ਤਰ੍ਹਾਂ ਅਰੇਂਜ ਕਰਾਂਗੇ ਵੀ ਜਿਹੜੇ n ਪਾਰਟੀਕਲਸ ਹੈਗੇ ਹੈ, n ਪਾਰਟੀਕਲ ਆਕੂਪਾਈ ਕਰਨਗੇ nth ਪੋਜੀਸ਼ਨ ਨੂੰ। ਸਪੋਜ਼ ਆਪਣੇ ਕੋਲ n ਦੇ ਵਿੱਚ ਇੱਕ ਪਾਰਟੀਕਲ ਹੈ, ਇੱਕ ਪਾਰਟੀਕਲ ਜਿਹੜਾ ਫਸਟ ਹੈ ਉਹ ਆਕੂਪਾਈ ਕਰ ਸਕਦੇ n ਪੋਜੀਸ਼ਨਸ। ਦੇਅਰਫੋਰ ਫਸਟ ਪਾਰਟੀਕਲ ਹੈ ਉਸ ਨੂੰ ਜਿਹੜਾ ਅਰੇਂਜ ਕਰਨ ਦੇ ਆਪਣੇ ਕੋਲ n ਵੇਜ਼ ਹੈ। ਸੈਕਿੰਡ ਪਾਰਟੀਕਲ ਨੂੰ ਜਦੋਂ ਆਪਾਂ ਅਰੇਂਜ ਕਰਾਂਗੇ, ਫਸਟ ਪਾਰਟੀਕਲ ਨੂੰ ਅਰੇਂਜ ਕਰਵਾਇਆ, ਦੈਟ ਮੀਨਸ n ਪੋਜੀਸ਼ਨ ਦੇ ਵਿੱਚੋਂ ਇੱਕ ਕੀ ਹੋ ਜੂਗੀ, ਪੋਜੀਸ਼ਨ ਮਾਈਨਸ ਹੋ ਗਈ, ਤਾਂ ਸੈਕਿੰਡ ਪਾਰਟੀਕਲ ਨੂੰ ਆਪਣੇ ਕੋਲੇ ਅਰੇਂਜ ਕਰਾਉਣ ਦੇ ਲਈ ਕਿਹੜੀ ਸਪੇਸ ਬਚ ਜੂਗੀ, n-1 ਪੋਜੀਸ਼ਨਾਂ ਰਹਿ ਜਾਣਗੀਆਂ। ਫਸਟ ਅਤੇ ਸੈਕਿੰਡ ਪਾਰਟੀਕਲ ਨੂੰ ਅਗਰ ਆਪਾਂ ਇਕੱਠਿਆਂ ਨੂੰ ਅਰੇਂਜ ਕਰਨਾ ਹੈ ਤਾਂ ਉਸ ਲਈ ਵੇਜ਼ ਕਿੰਨੀ ਹੈ, n×n-1। ਅਗਰ ਆਪਾਂ ਥਰਡ ਪਾਰਟੀਕਲ ਨੂੰ ਅਰੇਂਜ ਕਰਾਉਣਾ ਤਾਂ ਉਸ ਲਈ ਆਪਣੇ ਕੋਲ ਕਿੰਨੀ ਹੈ, 2 ਡਿਕਰੀਜ਼ ਹੋ ਗਈਆਂ ਪੋਜੀਸ਼ਨਾਂ, ਤਾਂ ਕਿੰਨੀ ਬਣ ਜਾਣਗੀਆਂ, n×n-1×n-2। ਅਗਰ ਫੋਰਥ ਕਰਾਉਣਾ ਉਸ ਲਈ n-3 ਆ ਜਾਏਗਾ ਮਲਟੀਪਲੀ। ਇਸ ਤਰੀਕੇ ਨਾਲ ਜਦੋਂ ਆਪਾਂ ਪ੍ਰੋਸੀਡ ਕਰਾਂਗੇ n ਪਾਰਟੀਕਲਸ ਦੇ ਲਈ ਤਾਂ ਆਪਣੇ ਕੋਲ ਕੀ ਬਣ ਜਾਣਗੇ ਵੇਜ਼, n×n-1×n-2×n-3 ਅਪ ਟੂ 1 ਵੇਜ਼, ਇੰਨੇ ਵੇਜ਼ ਬਣ ਸਕਦੇ ਆਪਣੇ ਕੋਲ। ਤਾਂ ਇਸ ਨੂੰ ਕੀ ਲਿਖਾਂਗੇ ਆਪਾਂ, n ਦਾ ਫੈਕਟੋਰੀਅਲ, ਇਹ ਵਾਲੀ ਟਰਮ n ਦਾ ਫੈਕਟੋਰੀਅਲ ਬਣ ਗਈ, ਦੈਟ ਇਜ਼ ਇਕੁਅਲਸ ਟੂ npr, npn। ਨੈਕਸਟ ਹੈ ਥਰਮੋਡਾਇਨਮਿਕ ਪ੍ਰੋਬੇਬਿਲਿਟੀ ਆਫ ਮੈਕਰੋਸਟੇਟ Rn-r। ਆਪਣੇ ਕੋਲ ਮੈਕਰੋਸਟੇਟ ਹੈਗੀ ਹੈ Rn-r। n ਪਾਰਟੀਕਲ ਨੂੰ ਆਪਾਂ ਅਰੇਂਜ ਕਰਾਉਣਾ 2 ਕੰਪਾਰਟਮੈਂਟ ਦੇ ਵਿੱਚ। ਸਪੋਜ਼ ਮੈਕਰੋਸਟੇਟ ਕਿਹੜੀ ਹੈ, Rn-r। ਇਸ ਕੇਸ ਦੇ ਵਿੱਚ ਆਪਣੇ ਕੋਲ r ਪਾਰਟੀਕਲਸ ਕੀ ਹੈ, ਇੱਕ ਕੰਪਾਰਟਮੈਂਟ ਦੇ ਵਿੱਚ r ਪਾਰਟੀਕਲ ਫਸਟ ਦੇ ਵਿੱਚ। ਸਪੋਜ਼ n-r ਆਪਣੇ ਕੋਲ ਸੈਕਿੰਡ ਕੰਪਾਰਟਮੈਂਟ, ਅਦਰ ਕੰਪਾਰਟਮੈਂਟ ਦੇ ਵਿੱਚ ਪ੍ਰੈਜ਼ੈਂਟ ਹੈ। ਤਾਂ ਅਰੇਂਜਮੈਂਟ ਹੈ ਜਿਹੜੀ r ਪਾਰਟੀਕਲਸ ਦੀ ਇਨ ਕੰਪਾਰਟਮੈਂਟ 1 ਦੇ ਵਿੱਚ ਅਤੇ ਸੈਕਿੰਡ ਦੇ ਵਿੱਚ ਆਪਣੇ ਕੋਲ ਕਿੰਨੀ ਹੈ, n-r, ਉਹ ਕਿੰਨੀ ਮੀਨਿੰਗਲੈਸ ਨੇ। ਤਾਂ r ਪਾਰਟੀਕਲ ਨੂੰ ਆਪਾਂ ਅਰੇਂਜ ਕਰਾ ਸਕਦੇ ਹਾਂ r ਫੈਕਟੋਰੀਅਲ ਵੇਜ਼ ਦੇ ਨਾਲ। ਸਿਮਿਲਰਲੀ ਸੈਕਿੰਡ ਕੰਪਾਰਟਮੈਂਟ ਦੇ ਵਿੱਚ n-r ਪਾਰਟੀਕਲਸ ਨੂੰ ਅਰੇਂਜ ਕਰਵਾ ਸਕਦੇ ਹਾਂ n-r ਫੈਕਟੋਰੀਅਲ ਵੇਜ਼ ਦੇ ਨਾਲ। ਤਾਂ ਟੋਟਲ ਨੰਬਰ ਆਫ ਮੀਨਿੰਗਲੈਸ ਅਰੇਂਜਮੈਂਟ, ਮੀਨਿੰਗਲੈਸ ਅਰੇਂਜਮੈਂਟ ਕੀ ਹੈ, ਫਸਟ ਕੰਪਾਰਟਮੈਂਟ ਦੇ ਵਿੱਚ ਜਿੰਨੇ r ਪਾਰਟੀਕਲਸ ਹੈ ਅਤੇ ਸੈਕਿੰਡ ਕੰਪਾਰਟਮੈਂਟ ਦੇ ਵਿੱਚ n-r ਪਾਰਟੀਕਲਸ ਹੈ। ਤਾਂ ਮੀਨਿੰਗਲੈਸ ਕਿੰਨੇ ਹੋ ਗਏ ਟੋਟਲ, r ਫੈਕਟੋਰੀਅਲ ਇੰਟੂ n-r ਫੈਕਟੋਰੀਅਲ। ਅਗਰ ਆਪਾਂ ਟੋਟਲ ਨੰਬਰ ਆਫ ਅਰੇਂਜਮੈਂਟਸ ਕੈਲਕੂਲੇਟ ਕਰਾਂਗੇ ਉਹ ਕਿੰਨੇ ਹੈ, ਨੰਬਰ ਆਫ ਮੀਨਿੰਗਫੁਲ ਅਰੇਂਜਮੈਂਟ ਇੰਟੂ ਨੰਬਰ ਆਫ ਮੀਨਿੰਗਲੈਸ। ਮੀਨਿੰਗਲੈਸ ਦੀ ਵੈਲਿਊ ਆਪਣੇ ਕੋਲ ਹੈਗੀ ਆ r ਫੈਕਟੋਰੀਅਲ ਇੰਟੂ n-r ਫੈਕਟੋਰੀਅਲ। ਟੋਟਲ ਨੰਬਰ ਆਫ ਅਰੇਂਜਮੈਂਟ ਕਿੰਨੇ ਹੈਗੇ, n ਫੈਕਟੋਰੀਅਲ। ਤਾਂ ਆਪਾਂ n ਫੈਕਟੋਰੀਅਲ ਨੂੰ ਕੀ ਲਿਖਾਂਗੇ, n ਫੈਕਟੋਰੀਅਲ ਨੰਬਰ ਆਫ ਮੀਨਿੰਗਫੁਲ ਇੰਟੂ ਨੰਬਰ ਆਫ ਮੀਨਿੰਗਲੈਸ ਦੀ ਵੈਲਿਊ ਪੁੱਟ ਕਰਾਂਗੇ r ਫੈਕਟੋਰੀਅਲ ਇੰਟੂ n-r ਫੈਕਟੋਰੀਅਲ। ਇਸ ਦੇ ਵਿੱਚੋਂ ਆਪਾਂ ਨੰਬਰ ਆਫ ਜਿਹੜੇ ਮੀਨਿੰਗਫੁਲ ਅਰੇਂਜਮੈਂਟ ਉਸ ਦੀ ਵੈਲਿਊ ਕੈਲਕੂਲੇਟ ਕਰ ਲਾਂਗੇ n ਫੈਕਟੋਰੀਅਲ ਅਪੋਨ r ਫੈਕਟੋਰੀਅਲ ਇੰਟੂ n-r ਫੈਕਟੋਰੀਅਲ। ਜਿੰਨੇ ਨੰਬਰ ਆਫ ਮੀਨਿੰਗਫੁਲ ਅਰੇਂਜਮੈਂਟ ਹੈ ਮੈਕਰੋਸਟੇਟ ਜਿਹੜੀ ਆਪਣੀ ਦਿੱਤੀ ਹੋਈ ਹੈ Rn-r, ਉਸ ਨੂੰ ਆਪਾਂ ਕੀ ਕਹਾਂਗੇ, ਥਰਮੋਡਾਇਨਮਿਕ ਪ੍ਰੋਬੇਬਿਲਿਟੀ ਆਫ ਦਾ ਸਟੇਟ। ਜਿੰਨੀ ਮੈਕਰੋਸਟੇਟ Rn-r ਦੇ ਵਿੱਚ ਮੀਨਿੰਗਫੁਲ ਅਰੇਂਜਮੈਂਟਸ ਹੈਗੇ ਆ ਉਸ ਨੂੰ ਕਹਾਂਗੇ ਥਰਮੋਡਾਇਨਮਿਕ ਪ੍ਰੋਬੇਬਿਲਿਟੀ ਆਫ ਦਾ ਸਟੇਟ, ਅਤੇ ਰਿਪਰਜੈਂਟ ਕਰਾਂਗੇ W ਦੇ ਨਾਲ। ਇਸ ਵਾਲੀ ਸਟੇਟ ਦੇ ਲਈ ਆਪਾਂ ਰਿਪਰਜੈਂਟ ਕਰਾਂਗੇ Rn-r ਦੇ ਨਾਲ। ਇੱਥੇ ਆਪਾਂ ਲਿਖ ਦਾਂਗੇ ਤਾਂ Rn-r ਕਿਸ ਦੇ ਇਕੁਅਲ ਹੈਗਾ, n ਫੈਕਟੋਰੀਅਲ ਅਪੋਨ r ਫੈਕਟੋਰੀਅਲ ਇੰਟੂ n-r ਫੈਕਟੋਰੀਅਲ ਇਜ਼ ਇਕੁਅਲਸ ਟੂ n-cr ਇਜ਼ ਇਕੁਅਲਸ ਟੂ n-c n-r। ਪ੍ਰੋਬੇਬਿਲਿਟੀ ਆਫ ਅ ਮਾਈਕਰੋਸਟੇਟ, ਕਿਸੇ ਵੀ ਮੈਕਰੋਸਟੇਟ ਦੀ ਪ੍ਰੋਬੇਬਿਲਿਟੀ ਕੀ ਹੈ। ਹੁਣ ਕੋਈ ਵੀ ਆਪਣੇ ਕੋਲ ਮੈਕਰੋਸਟੇਟ ਗਿਵਨ ਹੈ, ਗਿਵਨ ਮਾਈਕਰੋਸਟੇਟ ਦੇ ਵਿੱਚ ਆਪਾਂ ਕਿਵੇਂ ਡਿਫਾਈਨ ਕਰਾਂਗੇ ਪ੍ਰੋਬੇਬਿਲਿਟੀ ਨੂੰ, ਦਾ ਰੇਸ਼ੋ ਆਫ number of microstate in that macrostate to the total number of microstate of the system। ਜਿੰਨੀਆਂ ਸਿਸਟਮ ਦੇ ਵਿੱਚ ਟੋਟਲ ਨੰਬਰ ਆਫ ਮਾਈਕਰੋਸਟੇਟਸ ਹੈਗੀਆਂ ਅਤੇ ਜਿੰਨੀਆਂ ਆਪਣੇ ਕੋਲ ਇਹ ਵਾਲੀ ਗਿਵਨ ਮੈਕਰੋਸਟੇਟ ਦੇ ਵਿੱਚ ਮਾਈਕਰੋਸਟੇਟ ਹੈਗੀਆਂ, ਅਗਰ ਉਹਨਾਂ ਦੋਨਾਂ ਦੀ ਆਪਾਂ ਰੇਸ਼ੋ ਕਰਾਂਗੇ ਤਾਂ ਉਹ ਕਿਸ ਦੇ ਇਕੁਅਲ ਆ ਜਾਏਗੀ ਆਪਣੇ ਕੋਲ, ਪ੍ਰੋਬੇਬਿਲਿਟੀ ਆਫ ਮੈਕਰੋਸਟੇਟ। ਸਪੋਜ਼ ਆਪਾਂ ਫਾਈਂਡ ਕਰਨੀ ਹੈ ਪ੍ਰੋਬੇਬਿਲਿਟੀ ਮੈਕਰੋਸਟੇਟ Rn-r ਦੇ ਲਈ, ਤਾਂ ਇਸ ਨੂੰ ਆਪਾਂ ਪ੍ਰੋਬੇਬਿਲਿਟੀ ਨੂੰ ਫਾਈਂਡ ਆਊਟ ਕਰਨ ਦੇ ਲਈ ਆਪਾਂ ਡਿਨੋਟ ਕਰਾਂਗੇ Prn-r।
ये वाला लिखा। एज की वैल्यू डेफिनेशन की है, नंबर ऑफ माइक्रोस्टेट इन गिवन मैक्रोस्टेट अपॉन टोटल नंबर ऑफ माइक्रोस्टेट ऑफ द सिस्टम। नंबर ऑफ माइक्रोस्टेट इन मैक्रोस्टेट ये की है अपने को थर्मोडायनेमिक प्रोबेबिलिटी है, तो एज की जगह पर थर्मोडायनेमिक प्रोबेबिलिटी लिखांगे। थर्मोडायनेमिक प्रोबेबिलिटी नूं आपां किवें डिनोट करते हैं, WR(n - R) दे नाल। टोटल नंबर ऑफ माइक्रोस्टेट कितनी है किसी भी सिस्टम के 2^n, तो आप इत्थे वैल्यू पुट की। WR(n - R) की वैल्यू की है, n फैक्टोरियल अपॉन R फैक्टोरियल इंटू n - R फैक्टोरियल इंटू 1/2n। दैट मीनस जी प्रोबेबिलिटी है माइक्रोस्टेट की वो की है थर्मोडायनेमिक प्रोबेबिलिटी के डायरैक्टली प्रोपोर्शनल है, तो 2^n अपने को कॉन्सटेंट है। मोस्ट प्रोबेबल मैक्रोस्टेट, द मैक्रोस्टेट ऑफ अ सिस्टम हैविंग द हाईएस्ट प्रोबेबिलिटी इज कॉल्ड मोस्ट प्रोबेबल मैक्रोस्टेट। कोई भी मैक्रोस्टेट है अगर उसकी प्रोबेबिलिटी अपने को हाईएस्ट है, बहुत ज़्यादा हैगी प्रोबेबिलिटी, तो उसनूं आपां कहांगे मोस्ट प्रोबेबल मैक्रोस्टेट। हुण प्रोबेबिलिटी है जिहड़ी मैक्रोस्टेट की वो किस दे डायरैक्टली प्रोपोर्शन हैगी W थर्मोडायनेमिक प्रोबेबिलिटी दे। Suppose we wish to distribute n particle in 2 compartments, then the thermodynamic probability is the highest for a macrostate। कदों होएगी अपने को प्रोबेबिलिटी हाईएस्ट, जदों थर्मोडायनेमिक प्रोबेबिलिटी वो हाईएस्ट है किहड़ी स्टेट दे लई (R(n - R) दे लई, ते इत्थे आपां वैल्यू पुट करांगे R दी n/2। जदों n नंबर है वो ईवन नंबर है, तो थर्मोडायनेमिक प्रोबेबिलिटी किहड़ी स्टेट दे लई हैगी अपने को n/2 दी, वो हाईएस्ट है। तो थर्मोडायनेमिक प्रोबेबिलिटी ऑफ मोस्ट प्रोबेबल स्टेट की आपां किवें लिखांगे, WN/2 n/2 ये वाला। R की वैल्यू n/2 है, ठीक है। R दे विच जदों आपां n/2 ओह करांगे तो n - n/2 करांगे n/2 आ जाएगा, n की जगह तो फिर n आ जाएगा, R n/2 बन जाएगा, ए फैक्टर भी अपना n/2 बन जाएगा, तो ये इक्वेशन बन जाएगी। मोस्ट प्रोबेबल स्टेट नूं आपां किवें लिखांगे, PM, इस नूं आपां मल्टीप्लाई करांगे 1/2n दे नाल। मिनीमम प्रोबेबिलिटी की है, द प्रोबेबिलिटी विल बी मिनीमम वैन NCR इज़ मिनीमम। जो NCR की वैल्यू अपने को मिनीमम है दैन प्रोबेबिलिटी की होएगी मिनीमम, तो वैल्यू हैगी जी NCR की मिनीमम वैन R इक्वल टू आइदर 0 और n, जो R अपना 0 के इक्वल है या n के इक्वल है। डिस्ट्रीब्यूशन 0n एंड n0 हैज़ मिनीमम प्रोबेबिलिटी, इसकी प्रोबेबिलिटी मिनीमम है। P मिनीमम इज इक्वल टू P0 या PN0 लिख सकते हैं। वो किस इक्वल आएगा, हुण R नूं आपां जां तां 0 पुट करांगे या n के इक्वल पुट करांगे। जदों R नूं 0 पुट करांगे तो टर्म 0 बन जाएगी, तो इत्थे n फैक्टोरियल आ जाएगा इंटू 1/2n। ये किस इक्वल है, 0 फैक्टोरियल अपना 1 है, तो n नाल n कैंसल हो जाएगा, 1/2n बन जाएगी, तो किस इक्वल है PN0 की। नैक्सट है स्टीरिलिंग फार्मूला। जदों n की वैल्यू अपने को लार्ज है दैन n फैक्टोरियल की वैल्यू अपने को बहुत ज़्यादा लार्ज बन जाएगी, तो इस जिहड़ा कंपूटेशन है अपने को इस जिहड़ा सॉल्व करन दा तरीका वो अपने को बहुत ज़्यादा लंबा प्रोसैस है। तो की है स्टीरिलिंग ने एक फार्मूला सुजैसट किया, एक टैकनीक सुजैसट की है जिस दे नाल आपां जिहड़ा लॉग n फैक्टोरियल उसकी वैल्यू कैलकुलेट कर सकते हैं। तो मैथमैटिकली फार्मूला की है, log n फैक्टोरियल इज इक्वल टू n log n माइनस n, दैट इज स्टीरिलिंग फार्मूला। एज ए प्रूफ ਲਈ वी नो दैट n फैक्टोरियल की वैल्यू अपन नूं पता है n-1 n-2 अप टू 3 × 2 × 1 तक जाएगी। अगर ये वाले n फैक्टोरियल के उपर आप लॉग लैना तो ये इत्थे आप लॉग लवांगे मल्टीप्लाई च, तो सारिया टर्म्स की हो जाएगी ऐड हो जाएगी, तो लॉग n फैक्टोरियल आप समीशन फॉर्म च की लिख सकते हैं, log x वेयर x इज इक्वल टू 1 to n। जदों n अपने को बहुत ज़्यादा लार्ज है तो आप इस टर्म नूं आपां की कर समीशन नूं की इंटीग्रेशन फॉर्म दे विच चेंज कर सकते हैं। तो इंटीग्रेशन अपनी 1 to n बन जाएगी, log x इंटू dx की इंटीग्रेशन की आएगी। सपोज log x एक फंक्शन अपने को तो सैकेंड फंक्शन है 1, इंटीग्रेशन बाय पार्ट्स करांगे तो आ वाली टर्म अपने को आ जाएगी। फर्स्ट अपने को इस दा इंटीग्रेशन बनेगा 1 दा x log x एज इट इज़ माइनस इंटीग्रेशन ऑफ
ਲੌਗ ਵਾਲੇ ਦਾ ਡੈਰੀਵੇਟਿਵ ਅਤੇ ਇਸ ਦਾ ਆਪਣੇ ਕੋਲ ਇੰਟੀਗ੍ਰੇਸ਼ਨ। x ਨਾਲ x ਕੈਂਸਲ ਤਾਂ dx ਬਣ ਜਾਏਗਾ ਅਤੇ ਲਿਮਿਟਸ ਆਪਣੀਆਂ 1 to n ਹੈ। ਜਦੋਂ ਆਪਾਂ ਲਿਮਿਟਸ ਪੁੱਟ ਕਰਾਂਗੇ ਇੱਥੇ ਆ ਜਾਏਗਾ x n log n ਮਾਈਨਸ 1 log 1 ਮਾਈਨਸ x ਦੀ ਜਗ੍ਹਾ 'ਤੇ n ਮਾਈਨਸ 1 log n log 1 log 1 ਦੀ ਵੈਲਿਊ ਆਪਣੇ ਕੋਲ 0 ਹੈ, ਦੈਟ ਮੀਨਸ ਆਹ ਵਾਲੀ ਟਰਮ ਕੀ ਹੈ 0 ਦੇ ਇਕੁਅਲ ਹੈ, ਤਾਂ ਕਿਹੜੀ ਰਹਿ ਗਈ log n ਫੈਕਟੋਰੀਅਲ ਇਜ਼ ਇਕਸ ਟੂ n log n ਮਾਈਨਸ n ਮਾਈਨਸ 1। ਜਦੋਂ ਆਪਣੇ ਕੋਲ n ਬਹੁਤ ਜ਼ਿਆਦਾ ਲਾਰਜ ਹੈ, ਅਗਰ ਉਸ ਦੇ ਵਿੱਚ ਆਪਾਂ ਇੱਕ ਸਬਟਰੈਕਟ ਵੀ ਕਰ ਦਿੰਦੇ ਹਾਂ ਤਾਂ ਅਪਰੋਕਸੀਮੇਟਲੀ ਕਿਸ ਦੇ ਇਕੁਅਲ ਆ ਰਿਹਾ n ਦੇ, ਤਾਂ log n ਮਾਈਨਸ n ਨੂੰ n ਫੈਕਟੋਰੀਅਲ ਨੂੰ ਕੀ ਲਿਖਾਂਗੇ n log n ਮਾਈਨਸ n ਮਾਈਨਸ 1 ਦੀ ਜਗ੍ਹਾ 'ਤੇ n ਪੁੱਟ ਕੀਤਾ। ਦਿਸ ਇਜ਼ ਕਾਲਡ ਸਟੀਰਲਿੰਗ ਫਾਰਮੂਲਾ।